पूरी दुनिया ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ 300ਵੀਂ ਸ਼ਹੀਦੀ ਸ਼ਤਾਬਦੀ ਨੂੰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਗਿਆ। ਨਾਨਕ ਸ਼ਾਹੀ ਸਿੱਕਾ ਜੋ ਕਿ ਪਹਿਲੇ ਸਿੱਖ ਰਾਜ ਦੇ ਸਮੇਂ ਦੀ ਯਾਦਗਾਰ ਨੇ ਉਸ ਨੂੰ ਜਾਰੀ ਕੀਤਾ ਗਿਆ। ਇਸ ਸਿੱਕੇ ਨੂੰ ਜਾਰੀ ਕਰਨ ਸਮੇਂ ਸਮਾਗਮ ਦੇ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਨਵੀਂ ਪੀੜ੍ਹੀ ਆਪਣੇ ਇਤਿਹਾਸ ਨਾਲ ਜੁੜੇਗੀ। 300 ਸਾਲਾਂ ਦਾ ਜਿਹੜਾ ਸੈਲੀਬ੍ਰੇਸ਼ਨ ਇੱਕ ਤਰ੍ਹਾਂ ਯਾਦਗਾਰ ਬਣ ਜਾਏ ਔਰ ਇਹ ਯਾਦਗਾਰ ਦੇਸ਼ ਨੂੰ ਵੀ ਐਜੂਕੇਟ ਕਰੇ ਪੂਰੀ ਇਸ ਇਤਿਹਾਸ ਦੇ ਬਾਰੇ ਦੇ ਵਿੱਚ, ਕਿਉਂਕਿ ਸਮਾਜ ਵਿੱਚ ਬੜੇ ਵਰਗ ਐਸੇ ਨੇ ਜਿਨ੍ਹਾਂ ਨੂੰ ਇਸ ਇਤਿਹਾਸ ਦਾ ਪੂਰਾ ਯਾਦ ਨਹੀਂ ਰਹਿੰਦਾ ਔਰ ਇਹ ਇੱਕ ਤਰ੍ਹਾਂ ਪ੍ਰੇਰਣਾ ਦਿੰਦਾ, ਇੰਸਪਾਇਰ ਕਰਦਾ ਅੱਜ ਦੀ ਪੀੜ੍ਹੀ ਨੂੰ। ਖਾਸ ਤੌਰ ਸੇ ਜਦ ਅਲੱਗ ਤਰ੍ਹਾਂ ਦੀਆਂ ਤਾਕਤਾਂ ਦੁਨੀਆ ਨੂੰ ਔਰ ਦੇਸ਼ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਰਹਿੰਦੀਆਂ ਤੇ ਇਸ ਕੁਰਬਾਨੀ ਦੀ ਦਾਸਤਾਨ ਵੀ ਸਾਹਮਣੇ ਆਵੇ, ਇਹਦਾ ਪੂਰਾ ਪ੍ਰयास ਕਰੀਏ। ਮੈਂ ਇੱਕ ਵਾਰ ਫਿਰ ਉਸ ओरिजिनल ਕੋਇਨ ਦਾ ਰੈਪਲੀਕਾ ਬਣਾਉਣ ਵਾਸਤੇ ਔਰ ਇਹ ਸਾਰੀ ਸੈਲੀਬ੍ਰੇਸ਼ਨ ਸ਼ੁਰੂ ਕਰਨ ਵਾਸਤੇ SGPC ਨੂੰ ਖਾਸ तौर से बहुत बहुत मुबारक देना कि उन्होंने यह कदम उठाया। आज ऑफिशियल तौर पर बाबा बंदा सिंह बहादुर को रिकग्नाइज करके ट्रिब्यूट पे कर रही है। अरुण जेटली जी, ये आपका हम शुक्रिया अदा करते हैं कि पिछले सिखों ने हिस्ट्री तो क्रिएट की, लेकिन हिस्टोरियन ने और डिफरेंट गवर्नमेंट्स ने उसको प्रॉपर ट्रिब्यूट नहीं दिया। ये कितना बड़ा वाक़या है कि फॉरेन रूल इंडिया में 10th सेंचुरी में आया एंड इट कंटिन्यूड till the last Mughal and then Britishers came. There is only one incident that Baba Banda Bahadur, who organized an army and defeated Bahadur Shah, son of Aurangzeb, in near Saran in 1710. So this historic achievement, first time, sir, you have given recognition, so we are thankful to you that your government and all the people now have now motivated others टू रिकग्नाइज हिस्ट्री और ये लोगों को पता चले कि इतनी बड़ी कुर्बानी सिखों ने गुरु गोबिंद सिंह जी के एक सजाए सिख बंदा सिंह बहादुर के थ्रू हिम ये हमने विक्ट्री ली और फर्स्ट सावरन जैसे पहले आपके बताया गया। दूसरा, मैं याद कराना चाहता हूँ, अरुण जेटली जी मिनिस्टर थे कि 2001 में अटल बिहारी वाजपेयी जी ने विज्ञान भवन में ये ऐलान किया था कि हिंदुस्तान का लास्ट सावरन किंग महाराजा रंजीत सिंह था। तो ये रिकग्निशन भी आपने हमें दी कि लास्ट सावरन वाज महाराजा रंजीत सिंह और फर्स्ट सावरन वाज बाबा बंदा बहादुर। तो मैं ये समझता हूँ कि जितने हम लोग बैठे हैं और जितनी दुनिया भर में सिख हैं वो आपका हम धन्यवाद करते हैं कि इतनी बड़ी पूरा प्रयास करिए। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸੰਨ 1710 ਈਸਵੀ ਦੇ ਵਿੱਚ ਚਲਾਏ ਗਏ ਨਾਨਕ ਸ਼ਾਹੀ ਸਿੱਕੇ ਦੀ ਹੂਬਹੂ ਨਕਲ ਬਣਾਈ ਗਈ ਹੈ। ਇਹ ਸਿੱਕੇ ਚਾਂਦੀ ਦੇ 10 ਗ੍ਰਾਮ ਅਤੇ 20 ਗ੍ਰਾਮ ਦੇ ਬਣਾਏ ਗਏ ਨੇ। ਸਿੱਕੇ ਦੇ ਉੱਪਰ ਉਹੀ ਸਭ ਉਲੀਕਿਆ ਗਿਆ ਜੋ ਉਸ ਸਮੇਂ ਦੇ ਸਿੱਕੇ ਉੱਪਰ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਰਾਜ ਆਇਆ ਸੀ 1710 ਦੇ ਵਿੱਚ, ਉਹਨਾਂ ਨੇ ਆਪਣੇ ਨਾਮ ਦਾ ਸਿੱਕਾ ਜਾਰੀ ਨਹੀਂ ਕੀਤਾ ਜਿਵੇਂ ਸਾਰੇ ਰਾਜੇ ਕਰਦੇ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਔਰ ਦਸਮ ਪਿਤਾ ਦੇ ਨਾਂ ਦੇ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਸੀਗਾ। ਜਦੋਂ ਉਹਨਾਂ ਦਾ ਰਾਜ ਗਿਆ, ਗ੍ਰਿਫਤਾਰ ਹੋਏ, ਸ਼ਹਾਦਤ ਹੋਈ, ਮੁਗਲਾਂ ਨੇ ਸਾਰੇ ਸਿੱਕੇ ਢਾਲ ਦਿੱਤੇ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ MMTC ਜਿਹੜੀ ਸਰਕਾਰ ਦੀ ਕੰਪਨੀ ਹੈ ਉਹਦੇ ਕੋਲੋਂ ਚਾਂਦੀ ਦਾ ਸਿੱਕਾ ਬਣਵਾਇਆ 10 ਗ੍ਰਾਮ ਔਰ 20 ਗ੍ਰਾਮ ਦੇ ਵਿੱਚ, ਔਰ ਜਿਹੜਾ ਅੱਜ ਮੁਲਕ ਦੇ ਫਾਈਨਾਂਸ ਮਿਨਿਸਟਰ ਸ਼੍ਰੀ ਅਰੁਣ ਜੇਟਲੀ ਨੇ ਉਸ ਰੈਪਲੀਕਾ ਨੂੰ ਅੱਜ ਉਦਘਾਟਨ ਕੀਤਾ ਉਹਦਾ। ਔਰ ਮੈਂ ਸਮਝਦਾ ਕਿ ਦਿੱਲੀ ਗੁਰਦੁਆਰਾ ਕਮੇਟੀ ਹੁਣ ਕੋਸਟ ਪ੍ਰਾਈਸ 'ਤੇ ਇਹ ਸਿੱਕੇ ਸਾਰਿਆਂ ਨੂੰ ਦੇਗੀ ਤਾਂ ਕਿ ਜਿਹੜਾ ਮੈਂ ਸਮਝਦਾ ਕਿ ਸਬੂਤ ਮੁਗਲਾਂ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਦਿੱਲੀ ਕਮੇਟੀ ਨੇ ਦੁਬਾਰਾ ਉਹ ਸਬੂਤ ਸਭ ਦੇ ਸਾਹਮਣੇ ਲਿਆਂਦਾ। ਸਿੱਕੇ ਲੋਕ ਪ੍ਰੀਜ਼ਰਵ ਕਰਨਗੇ, ਆਉਣ ਵਾਲੀਆਂ ਅੱਜ ਤੋਂ 500 ਸਾਲ ਬਾਅਦ, 1000 ਸਾਲ ਬਾਅਦ ਵੀ ਲੋਕੀ ਸਿੱਕੇ ਦਿਖਾਣਗੇ ਕਿ ਇਹ ਸਿੱਖ ਰਾਜ ਦਾ ਪਹਿਲਾ ਸਿੱਕਾ। ਪੋਸਟਲ ਕਵਰ ਜਾਰੀ ਕਰਨ ਦਾ ਮਤਲਬ ਹੈ ਕਿ ਸਰਕਾਰ ਨੇ ਰੈਕੋਗਨਾਈਜ਼ ਕੀਤਾ ਇਸ ਪ੍ਰੋਗਰਾਮ ਨੂੰ। ਅੱਜ ਸਿੱਕਾ ਜਾਰੀ ਹੋਇਆ, ਸਿੱਕਾ ਵੀ ਹੋਮ ਫਾਈਨਾਂਸ ਮਿਨਿਸਟਰ ਜਾਰੀ ਕਰ ਰਹੇ ਨੇ, ਇਹ ਵੀ ਆਫੀਸ਼ੀਅਲ ਪ੍ਰੋਗਰਾਮ ਹੋ ਗਿਆ। ਮੋਦੀ ਜੀ 3 ਜਨਵਰੀ ਨੂੰ, ਬਾਦਲ ਸਾਹਿਬ ਜਿਹੜਾ ਪੰਜਾਬ ਸਰਕਾਰ 3 ਜੁਲਾਈ ਨੂੰ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਨੇ ਉਹਦੇ 'ਚ ਆ ਰਹੇ ਨੇ।
ਮੈਂ ਸਮਝਦਾ ਵਾਂ ਕਿ ਮੋਦੀ ਸਾਹਿਬ ਦੇ ਆਉਣ ਨਾਲ ਵੀ ਇੱਕ ਰਿਕਗਨੀਸ਼ਨ ਹੁੰਦੀ ਹੈ। 10 ਗ੍ਰਾਮ ਦਾ ਸਿੱਕਾ ਹੈਗਾ ਉਹ 600 ਰੁਪਏ ਦਾ, ਜਿਹੜਾ 20 ਗ੍ਰਾਮ ਦਾ ਸਿੱਕਾ ਉਹ 1200 ਰੁਪਏ ਦਾ। ਇਹਦੀ ਖਾਸੀਅਤ ਇਹ ਹੈ ਕਿ ਇਹਦੇ ਉੱਤੇ ਉਹੀ ਸ਼ਬਦ ਲਿਖੇ ਨੇ, ਬਿਲਕੁਲ ਉਹਦਾ ਡੁਪਲੀਕੇਟ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ ਸੀਗਾ, ਔਰ ਇਹ ਬਿਲਕੁਲ ਉਹਦੀ ਓਰੀਜਨਲ ਨਕਲ ਤੁਸੀਂ ਕਹਿ ਸਕਦੇ ਹੋ। 26 ਤਰੀਕ ਨੂੰ ਇਤਵਾਰ ਵਾਲੇ ਦਿਨ ਸਵੇਰੇ ਅਸੀਂ ਮੈਰਾਥਨ ਰੱਖੀ ਹੈ। ਅਸੀਂ ਇਹ ਪ੍ਰੋਗਰਾਮ ਤਾਂ ਕੀਤੇ ਨੇ ਕਿ ਸਿੱਖਾਂ ਨੇ ਇਤਿਹਾਸ ਕ੍ਰੀਏਟ ਕੀਤਾ, ਸਾਂਭਿਆ ਨਹੀਂ। ਲੇਕਿਨ ਹੁਣ ਦਿੱਲੀ ਗੁਰਦੁਆਰਾ ਕਮੇਟੀ ਜਿੱਥੇ ਲਾਲ ਕਿਲ੍ਹੇ ਦਾ ਇਤਿਹਾਸ ਲੈ ਕੇ ਆਈਏ, ਅੱਜ ਤੋਂ ਬਾਅਦ ਕੋਈ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਵਾਲ ਨਹੀਂ ਪੁੱਛੇਗਾ, ਬੱਚੇ ਨੂੰ ਪਤਾ ਹੋਏਗਾ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਜਿੱਥੇ ਕਈ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ, ਉੱਥੇ ਪਿਛਲੇ ਦਿਨੀ ਸਰਹੱਦ ਤੋਂ ਸ਼ੁਰੂ ਕੀਤੀ ਗਈ ਸ਼ਹੀਦੀ ਯਾਤਰਾ ਵੀ ਦਿੱਲੀ ਤੱਕ ਸਜਾਈ ਗਈ, ਜਿਸ ਵਿੱਚ ਅਸਤਰ ਤੇ ਸ਼ਸਤਰਾਂ ਵਾਲੀ ਗੱਡੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਐਸਾ ਮਹਾਨ ਯੋਧਾ ਜਿਹਦੀ ਬਦੌਲਤ ਮੈਂ ਕਹਿ ਸਕਦਾ ਕਿ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਮੁਗਲ ਬਾਦਸ਼ਾਹ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਐਸਾ ਮਹਾਨ ਯੋਧਾ ਜਿਨ੍ਹਾਂ ਨੇ ਖਾਲਸਾ ਰਾਜ ਦੀ ਸਥਾਪਨਾ ਇਸ ਧਰਤੀ ਤੇ ਕੀਤੀ, ਉਸ ਮਹਾਨ ਯੋਧੇ ਨੂੰ ਮੈਂ ਸਮਝਦਾ ਬਹੁਤ ਵੱਡੀ ਇਹ ਸ਼ਰਧਾਂਜਲੀ ਹੋਏਗੀ। ਦੱਸਦੀ ਕਿ ਮੁਗਲ ਰਾਜ ਸਮੇਂ ਪਹਿਲੇ ਸਿੱਖ ਰਾਜ ਦੀਆਂ ਕਈ ਅਨਮੋਲ ਨਿਸ਼ਾਨੀਆਂ ਨੂੰ ਮਿਟਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ, ਪਰ ਫਿਰ ਵੀ ਇਸ ਦੀ ਛਾਪ ਇਤਿਹਾਸ ਦੇ ਪੰਨਿਆਂ ਵਿੱਚ ਛਪੀ ਰਹੀ ਅਤੇ ਇਸ ਇਤਿਹਾਸ ਨੂੰ ਜਨ ਤੱਕ ਪਹੁੰਚਾਉਣ ਦੇ ਲਈ ਇਹ ਸਿੱਕਾ ਜਾਰੀ ਕਰਨਾ ਵਾਕਈ ਇੱਕ ਸ਼ਲਾਘਾਯੋਗ ਕੰਮ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮੌਕੇ ਸਿੱਖ ਇਤਿਹਾਸ ਦੇ ਨਾਲ ਆਮ ਜਨਮਾਨਸ ਨੂੰ ਜਾਣੂ ਕਰਵਾਉਣ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਦਿਲ ਕਨੌਟ ਪਲੇਸ ਵਿਖੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੂਰ ਦੁਰਾਟਿਓਂ ਆਈਆਂ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੇ ਪਹਿਲੇ ਦਿਨ ਪਟਿਆਲਾ ਰੰਗਮੰਚ ਦੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਦੇ ਉੱਤੇ ਇੱਕ ਖਾਸ ਨਾਟਕ ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ ਪੇਸ਼ ਕੀਤਾ ਗਿਆ। ਖਾਲਸਾ ਜੀ ਖਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਤੇ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਜਥੇਦਾਰੀ ਦੀ ਜੋ ਸੇਵਾ ਮੈਨੂੰ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਗਈ ਹੈ, ਉਸ ਨੂੰ ਮੈਂ ਸਿਰ ਦੇ ਕੇ ਵੀ ਨਿਭਾਵਾਂਗਾ। ਮੈਂ ਗੁਰੂ ਜੀ ਦੇ ਹੁਕਮ ਅਨੁਸਾਰ ਆਪ ਜੀ ਦੀ ਆਗਿਆ ਵਿੱਚ ਰਹਾਂਗਾ। ਜਥੇਦਾਰ ਜੀ, ਅਸੀਂ ਵੀ ਤੁਹਾਡੇ ਨਾਲ ਆ, ਤੁਹਾਡੇ ਹਰ ਹੁਕਮ ਦੀ ਪਾਲਣਾ ਕਰਾਂਗੇ। ਠੀਕ ਹੈ ਖਾਲਸਾ ਜੀ। ਭਾਈ ਬਾਜ ਸਿੰਘ ਜੀ, ਨਿਸ਼ਾਨ ਸਾਹਿਬ ਲਿਆਂਦਾ ਜਾਏ। ਜੀ ਜਥੇਦਾਰ ਜੀ। ਇਹ ਨਿਸ਼ਾਨ ਸਾਹਿਬ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ। ਭਾਈ ਬਾਜ ਸਿੰਘ ਜੀ, ਨਿਸ਼ਾਨ ਸਾਹਿਬ ਉੱਤੇ ਲੱਗਿਆ ਇਹ ਖੰਡਾ ਕਿਤਨਾ ਸੁੰਦਰ ਲੱਗ ਰਿਹਾ। ਹਾਂ ਜਥੇਦਾਰ ਜੀ, ਬਹੁਤ ਸੁੰਦਰ ਲੱਗ ਰਿਹਾ ਹੈ। ਭਾਈ ਬਾਜ ਸਿੰਘ ਜੀ, ਇਸ ਗ੍ਰਾਂ ਨੂੰ ਅੱਜ ਤੋਂ ਬਾਅਦ ਸੇਰੀ ਨਹੀਂ, ਸੇਰੀ ਖੰਡਾ ਕਹਿ ਕੇ ਬੁਲਾਇਆ ਜਾਏ। ਇਸ ਨਿਸ਼ਾਨ ਸਾਹਿਬ ਦੇ ਨਾਲ ਹੀ ਲਿਖ ਦਿੱਤਾ ਜਾਏ, ਖਾਲਸਾ ਰਾਜ ਦੀ ਹੱਦ ਇੱਥੋਂ ਹੀ ਸ਼ੁਰੂ ਹੁੰਦੀ ਹੈ। ਬੋਲੇ ਸੋ ਨਿਹਾਲ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਕਾਮਾਕਾਟਾ ਮਾਰੂ ਸਾਕੇ ਬਾਰੇ ਛੋਟੀ ਫਿਲਮ ਦੇ ਤੌਰ ਤੇ ਤਿਆਰ ਕੀਤੇ ਗਏ ਲਾਈਟ ਐਂਡ ਸਾਊਂਡ ਸ਼ੋਅ ਸੰਗਤਾਂ ਨੂੰ ਵੱਡੀ ਸਕਰੀਨ ਦੇ ਰਾਹੀਂ ਦਿਖਾਇਆ ਗਿਆ। ਇੱਥੇ ਨਹੀਂ ਬੈਠਣਾ, ਚਲੋ ਜਹਾਜ਼ 'ਚ ਚੜੋ। ਮੈਂ ਪਹਿਲਾਂ ਕਹਿੰਦੀ ਜਹਾਜ਼ 'ਚੋਂ ਉਤਰ ਕੇ ਗੱਡੀ 'ਚ ਚੜੋ, ਹੁਣ ਕਿਹੜੇ ਮੁਰਦਾ 'ਚ ਚੜੋ, ਮੈਂ ਤਾਂ ਨਹੀਂ ਜਾਂਦੀ। ਆ ਬੈਠੀ ਆ, ਐਸੀ ਜ਼ਿੰਦਗੀ ਨਾਲ ਤਾਂ ਬਹੁਤ ਚੰਗੀ। ਸਾਨੂੰ ਮਜਬੂਰਨ ਤੁਹਾਡੇ ਨਾਲ ਸਖਤੀ ਵਰਤਣੀ ਪਊ। ਤਾਂ ਕੀ ਕਰੇਗਾ? ਗੋਲੀ ਚਲਾਏਗਾ? ਸ਼ਰਮ ਕਰ ਸ਼ਰਮ, ਦੇਖੋ ਕਿ ਆਪਣੇ ਭਾਈਆਂ ਤੇ ਗੋਲੀ ਚਲਾਏਗਾ। ਦੇਖੋ, ਸਾਨੂੰ ਲਾਲ ਸਾਦਰ ਸਕੱਤਰ ਦੇ ਅੱਗੇ ਭੇਜਿਆ ਹੈ। ਉਹ ਇੱਥੇ ਆ ਕੇ ਸਾਡੀ ਫਰਿਆਦ ਸੁਣਨਗੇ। ਉਹਨਾਂ ਦੇ ਆਉਣ ਤੱਕ ਅਸੀਂ ਤੋਂ ਨਹੀਂ ਹਿੱਲਣਾ। ਸੰਗਤੋ, ਰਹਿਰਾ ਸਹਿਬ ਦਾ ਸਮਾਂ ਹੋ ਗਿਆ। ਤੁਸੀਂ ਇਸ ਵੇਲੇ ਪਾਠ ਨਹੀਂ ਕਰ ਸਕਦੇ, ਉੱਪਰੋਂ ਹੁਕਮ ਹੈ। ਦੇਖੋ ਸਾਹਿਬ, ਤੁਸੀਂ ਤਾਂ ਆਪ ਸਿੱਖੋ, ਤੁਹਾਨੂੰ ਤਾਂ ਇਹ ਗੱਲ ਕਹਿੰਦੇ ਵੀ ਚੰਗੇ ਨਹੀਂ ਲੱਗਦੇ। ਸਿੱਖੀ ਦੀ ਮਰਿਆਦਾ ਨੂੰ ਸਮਝੋ। ਚਲੋ ਸੰਗਤੋ ਪਾਠ ਕਰੀਏ। ਰਵਿੰਦਰਨਾਥ ਟੈਗੋਰ ਦੀ ਬੰਗਲਾ ਭਾਸ਼ਾ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਲਿਖੀ ਗਈ ਕਵਿਤਾ ਬੰਦਾ ਬੀਰ ਦਾ ਪੰਜਾਬੀ ਤਰਜਮਾ ਅਸਾਮ ਦੇ ਰਹਿਣ ਵਾਲੇ ਕਾਕਾ ਜੈਰਾਜ ਕਬੀਰ ਸਿੰਘ ਮਨਚੰਦਾ ਨੇ ਗਿਟਾਰ ਤੇ ਗਾਇਨ ਕਰਕੇ ਟੈਗੋਰ ਦੀ
ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸੋਚ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ। ਵਾਹਿਗੁਰੂ ਜੀ ਦੇ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦਿੱਲੀ ਦੇ ਆਨੰਦ ਮਹਿਲਾ ਅੰਦਰ ਆਵਾਜ਼ ਹੁੰਦੀ ਹੈ ਬਾਰ ਬਾਰ ਬਾਦਸ਼ਾਹ ਦੀ ਨੀਂਦ ਉਜਾੜ। ਦਿੱਲੀ ਦੇ ਆਨੰਦ ਮਹਿਲਾ ਅੰਦਰ आवाज हुंदी है बार बार बादशाह दी नींद उजाड़। आज फटिया नील गगन इस किसे दी है आवाज, आग बरसी चार चुफेरे इस किस दी है मशाल। दिल्ली दे आनंद महला अंदर आवाज हुंदी है बार बार बादशाह दी नींद उजाड़। आज फटिया नील गगन इस किसे दी है आवाज, आग बरसी चार चुफेरे इस किस दी है मशाल। अपने सिख दुलारे जो दिया दे मथे, रणभूमि विच मुगलां नाल सिख ने लड़दे। अपने सिख दुलारे जो दिया दे मथे, रणभूमि विच मुगलां नाल सिख ने लड़दे। नस नस मौत नू जफियां पाउंदे, सदियों फड़ ओ दुश्मन दे अहुलाउंदे। दिल्ली दे आनंद महला अंदर आज हुंदी है बार बार बादशाह दी नींद उजाड़। वाहेगुरु जी का खालसा, वाहेगुरु जी की फतेह। जान प्राण दा भय भूल के सिख लहूं जयकारे जयकारे जयकारे। अज दिल्ली दे शाह रहा उत्ते मुगल फौजा, अज दिल्ली दे शाह रहा उत्ते मुगल फौजा। ते सिख कहंदी जांदे घूड़ उड़ांदे उड़ांदे उड़ांदे। सत्तां दिहाड़ियां विच अनेकां ने दित्ता प्राण दा। बंदे सन्नाटा छाया चार चुफेरे, घात का कहीं और छुरे देना। उजेड़ उजेड़ के बंदे दामास। सन्नाटा छाया चार चुफेरे, घात का कहीं और छुरे देना। उजेड़ उजेड़ के बंदे दामास। दग दिया सिखां चौम चौम के, जख्मी किता बंदे दा शरीर। रिहाऊ शांत अहिल गंभीर, खिड़े मत्थे बंदा हुआ शहीद शहीद शहीद। ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਗ੍ਰੰਥੀ ਸਿੰਘਾਂ ਨੂੰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੰਗਤਾਂ ਦਾ ਵੱਡੀ ਤਾਦਾਦ ਦੇ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਲਗਾਤਾਰ ਸਿੱਖ ਇਤਿਹਾਸ ਨੂੰ ਗੁਰੂ ਘਰ ਤੋਂ ਬਾਹਰ ਲਿਆ ਕੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੱਡੀ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਹ ਕੋਸ਼ਿਸ਼ਾਂ ਤਦ ਹੀ ਕਾਮਯਾਬ ਹੋਣਗੀਆਂ ਜਦੋਂ ਸੰਗਤਾਂ ਕਮੇਟੀ ਦੀ ਮਜ਼ਬੂਤ ਬਾਹਾਂ ਬਣ ਕੇ ਨਾਲ ਖੜੇ ਹੋਣਗੀਆਂ। ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਇਹ ਦੋਵੇਂ ਯਾਦਾਂ ਜਿਹੜੀਆਂ ਨੇ ਇਹ ਤੁਹਾਡੇ ਸਾਹਮਣੇ ਦਿੱਲੀ ਗੁਰਦੁਆਰਾ ਕਮੇਟੀ ਪੂਰੇ ਪੰਥ ਦੀ ਜਥੇਬੰਦੀਆਂ ਨਾਲ ਮਿਲ ਕੇ ਲੈ ਕੇ ਆਈ ਹੈ
ਕਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਇੱਥੇ ਨਗਰ ਕੀਰਤਨ ਲੈ ਕੇ ਆ ਰਹੀ ਹੈ ਗੁਰਦਾਸ ਨੰਗਲ ਦੀ ਗੜੀ ਤੋਂ, ਕਦੀ ਰਿਆਸੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਾ ਜਤਿੰਦਰਪਾਲ ਸਿੰਘ ਜੀ ਲੈ ਕੇ ਆ ਰਹੇ ਨੇ, ਔਰ ਅੱਜ ਸਾਡੇ ਨਾਲ ਸਟੇਜ ਤੇ ਖੜੇ ਨੇ ਹਜ਼ੂਰ ਸਾਹਿਬ ਤੋਂ ਸਿੰਘ ਸਾਹਿਬ, ਜਿਹੜੇ ਖਾਸ ਤੌਰ ਤੇ ਬਾਬਾ ਰਾਮ ਸਿੰਘ ਜੀ ਔਰ ਬਾਬਾ ਕੁਲਵੰਤ ਸਿੰਘ ਹੋਰਾਂ ਨੇ ਉੱਥੋਂ ਸਪੈਸ਼ਲ ਟ੍ਰੇਨ ਭੇਜੀ ਹੈ। ਉਹ ਘੋੜੇ ਵੀ ਭੇਜੇ ਨੇ, ਜਿਹੜੇ ਦਸਮ ਪਿਤਾ ਦਾ ਅਸੀਂ ਪੜ੍ਹਦੇ ਸੀ, ਨੀਲਾ ਘੋੜਾ ਬਾਕਾ ਜੋੜਾ ਹੱਥ ਵਿੱਚ ਬਾਸ ਸਜਾਏ ਨੇ। ਉਹ ਨੀਲਾ ਰੰਗ ਨਹੀਂ ਸੀ, ਉਹ ਨਾਈਲ ਵੈਲੀ ਸਿਵਲਾਈਜੇਸ਼ਨ, ਨੀਲ ਦਰਿਆ ਦੀ ਜਿਹੜੀ ਸਭਿਅਤਾ ਇਜਿਪਟ ਦੇ ਵਿੱਚ, ਮਿਸਰ ਦੇ ਵਿੱਚ, ਉੱਥੋਂ ਦੀ ਨਸਲ ਦੁਨੀਆ ਦੀ ਸਭ ਤੋਂ ਵਧੀਆ ਨਸਲ ਮੰਨੀ ਜਾਂਦੀ ਸੀ। ਦਸਮ ਪਿਤਾ ਦੇ ਕੋਲ ਘੋੜਾ ਨੀਲ ਦਰਿਆ ਦੀ ਸਿਵਲਾਈਜੇਸ਼ਨ ਦਾ ਸੀ। ਉਹੀਓ ਨਸਲ ਨੂੰ ਅੱਜ ਤੱਕ ਮੇਨਟੇਨ ਕੀਤਾ। 3 ਘੋੜੇ ਉਸ ਨਸਲ ਦੇ ਇਹ ਆਪਣੇ ਨਾਲ ਹਜ਼ੂਰ ਸਾਹਿਬ ਤੋਂ ਦਿੱਲੀ ਲੈ ਕੇ ਆਏ ਨੇ। ਇਹ ਸਾਰੀ ਕੌਮ ਰਲ ਕੇ ਇਹ ਪ੍ਰੋਗਰਾਮ, ਇਹ ਸ਼ਤਾਬਦੀਆਂ ਮਨਾ ਰਹੀ ਹੈ। ਐਡੀ ਗਰਮੀ ਦੇ ਵਿੱਚ ਕਿੰਨੇ ਨਗਰ ਕੀਰਤਨ ਨਿਕਲ ਚੁੱਕੇ ਨੇ ਔਰ ਤੁਸੀਂ ਸਾਥ ਦੇ ਰਹੇ ਹੋ। ਇੰਨੀ ਗਰਮੀ 'ਚ ਇੱਥੇ ਕੋਈ ਬੈਠ ਨਹੀਂ ਸਕਦਾ, ਲੇਕਿਨ ਤੁਸੀਂ ਸਾਰੇ ਬੈਠੇ ਹੋ। ਮੌਸਮ ਦੇ ਮਿਜਾਜ਼ ਦਾ ਕੋਈ ਪਤਾ ਨਹੀਂ, ਲੇਕਿਨ ਤੁਸੀਂ ਉਸ ਦਸਮ ਗੁਰੂ ਦੇ ਥਾਪੇ ਹੋਏ ਸਿੱਖ ਨੂੰ ਨਤਮਸਤਕ ਹੋਣ ਵਾਸਤੇ ਤੁਸੀਂ ਸਾਰੇ ਇੱਥੇ ਬੈਠੇ ਹੋ। ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਪ੍ਰੋਗਰਾਮ ਉਲੀਕੇ ਨੇ, ਕਈ ਨਿਕਲ ਚੁੱਕੇ ਨੇ। 26 ਤਰੀਕ ਨੂੰ ਆਉਣ ਵਾਲੇ ਇਤਵਾਰ ਨੂੰ ਇੰਡੀਆ ਗੇਟ ਨੈਸ਼ਨਲ ਸਟੇਡੀਅਮ ਦੇ ਕੋਲੋਂ ਅਸੀਂ ਮੈਰਾਥਨ ਦੌੜ ਰੱਖੀ ਹੈ। ਇਹਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਆਣਗੇ, ਸਕੂਲਾਂ ਦੇ ਬੱਚੇ, ਨੌਜਵਾਨ, ਮਾਈਆਂ, ਬੀਬੀਆਂ, ਭੈਣਾਂ ਸਭ ਆਣਗੀਆਂ। ਇਹੋ ਜਿਹੀ ਸ਼ਤਾਬਦੀ ਕਦੀ ਮਨਾਈ ਨਹੀਂ ਗਈ। ਕਾਰਨ ਇੱਕੋ ਹੈ ਕਿ ਜੇ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਜੀਵਿਤ ਕਰਾਂਗੇ ਤੇ ਕੌਣ ਕਰੇਗਾ। 25 ਤਰੀਕ ਛੱਪੜ ਚਿੜੀ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਸੀ, ਜ਼ੁਲਮਾਂ ਦਾ ਨਾਸ਼ ਕੀਤਾ ਸੀ, ਉੱਥੇ ਬਹੁਤ ਵੱਡਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋ ਰਿਹਾ ਹੈ। 26 ਨੂੰ ਫਤਿਹਗੜ੍ਹ ਸਾਹਿਬ ਬਹੁਤ ਵੱਡੀ ਕਨਵੈਨਸ਼ਨ ਹੋਣ ਜਾ ਰਹੀ ਹੈ। ਦਿੱਲੀ ਦੇ ਵਿੱਚ ਇੰਦਰਾ ਗਾਂਧੀ ਇੰਡੋਰ ਸਟੇਡੀਅਮ, ਜਿਹਦੀ ਕਪੈਸਿਟੀ ਜਿਹੜੀ ਹੈ 20,000 ਤੋਂ ਉੱਤੇ ਹੈ, ਉੱਥੇ ਪ੍ਰਧਾਨ ਮੰਤਰੀ ਮੁਲਕ ਦਾ ਵੀ ਆਏਗਾ। ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੇ 4 ਸ਼ਬਦ ਆਖੇਗਾ, ਸਿੱਖ ਕੌਮ ਬਾਰੇ 4 ਸ਼ਬਦ ਆਖੇਗਾ। ਇਹ ਪ੍ਰੋਗਰਾਮ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਨੇ ਆਰਗੇਨਾਈਜ਼ ਕੀਤਾ ਔਰ ਉੱਥੇ ਜਿਹੋ ਜਿਹਾ ਪ੍ਰੋਗਰਾਮ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਆ, ਮੈਂ ਸਮਝਦਾ ਕਿ ਇਹੋ ਜਿਹਾ ਪ੍ਰੋਗਰਾਮ ਜ਼ਿੰਦਗੀ 'ਚ ਨਹੀਂ ਕਿਸੇ ਨੇ ਦੇਖਿਆ ਹੋਏਗਾ। ਲੇਕਿਨ ਇੱਕ ਗੱਲ ਯਾਦ ਰੱਖਿਓ, ਉੱਥੇ ਐਂਟਰੀ ਵਿਦਆਊਟ ਕਾਰਡ ਨਹੀਂ ਹੋ ਸਕਦੀ, ਕਿਉਂਕਿ ਪ੍ਰਧਾਨ ਮੰਤਰੀ ਨੇ ਆਣਾ, ਕਾਰਡ ਜ਼ਰੂਰ ਚਾਹੀਦੇ ਨੇ। ਔਰ ਉਹਦੇ ਵਾਸਤੇ ਸਾਡੇ ਜਿੰਨੇ ਮੈਂਬਰ ਸਭਾਨ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ, ਤੁਹਾਡੇ ਇਲਾਕੇ ਮੈਂਬਰ, ਉਹਨਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ। ਕਾਰਡ ਉਹ ਇਸ਼ੂ ਕਰਨਗੇ। ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਜੇ ਉੱਥੇ ਪ੍ਰੋਗਰਾਮ ਦਾ ਹਿੱਸਾ ਬਣੋ, ਇਤਿਹਾਸ ਦਾ ਹਿੱਸਾ ਬਣੋ ਔਰ ਸੁਣੋ ਮੁਲਕ ਦਾ ਪ੍ਰਧਾਨ ਮੰਤਰੀ ਉੱਥੇ ਆ ਕੇ ਸਿੱਖਾਂ ਬਾਰੇ, ਦਸਮ ਪਿਤਾ ਬਾਰੇ, 9ਵੇਂ ਪਾਤਸ਼ਾਹ ਬਾਰੇ, ਗੁਰੂ ਨਾਨਕ ਪਾਤਸ਼ਾਹ ਬਾਰੇ ਔਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀ ਬੋਲਦਾ। ਉਹਦੀ ਤੁਸੀਂ ਜਿੰਨੀ ਵੀ ਕਾਰਡ ਲੈਣੇ ਨੇ ਉਹ ਸਾਡੇ ਮੈਂਬਰ ਸਾਹਿਬਾਨ ਨਾਲ ਕੰਟੈਕਟ ਕਰੇ। ਇਹਨਾਂ 2 ਦਿਨਾਂ ਸਮਾਗਮਾਂ ਦੇ ਵਿੱਚ ਜਿੱਥੇ ਗਾਇਕ ਹਰਸ਼ਦੀਪ ਕੌਰ ਨੇ ਧਾਰਮਿਕ ਗੀਤਾਂ ਅਤੇ ਸ਼ਬਦਾਂ ਦੀ ਪੇਸ਼ਕਾਰੀ ਰਾਹੀਂ ਮਾਹੌਲ ਨੂੰ ਧਾਰਮਿਕ ਰੰਗਾਂ ਦੇ ਵਿੱਚ ਰੰਗ ਦਿੱਤਾ, ਉੱਥੇ ਹੀ ਵੀਰ ਖਾਲਸਾ ਦਲ ਅਤੇ ਬਾਕੀ ਗੱਤਕਾ ਅਖਾੜਿਆਂ ਨੇ ਇਸ ਮਾਹੌਲ ਨੂੰ ਵੀਰ ਰਸ ਦੇ ਵਿੱਚ ਰੰਗ ਦਿੱਤਾ। ਫਤਾ
ਦੱਸ ਦਈਏ ਕਿ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਵੀ ਰਿਲੀਜ਼ ਕੀਤਾ ਗਿਆ।